ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਤੇ ਡਾਕਟਰ ਅਮਰ ਸਿੰਘ ਆਜ਼ਾਦ ਅੱਜ ਇੱਕ ਨਵੇਂ ਵਿਸ਼ੇ ਦੇ ਨਾਲ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਆਇਆ। ਤੇ ਅੱਜ ਦਾ ਜਿਹੜਾ ਵਿਚਾਰ ਚਰਚਾ ਦਾ ਵਿਸ਼ਾ ਹੈਗਾ ਉਹ ਹੈ ਯੂਰਿਕ ਐਸਿਡ। ਯੂਰਿਕ ਐਸਿਡ ਇੱਕ ਅਜਿਹਾ ਰੋਗ ਹੈ ਬੋਡੀ ਦੇ ਅੰਦਰ। ਆਪਾਂ ਇਸ ਨੂੰ ਰੋਗ ਮੰਨ ਲੈਂਦੇ ਹਾਂ। ਅੱਗੇ ਚੱਲ ਕੇ ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਤੋਂ ਇਹ ਜਾਣਾਂਗੇ ਕਿ ਵਾਕਈ ਇਹ ਰੋਗ ਹੈ ਜਾਂ ਫਿਰ ਸਰੀਰ ਦਾ ਆਪਾਂ ਨੂੰ ਬਚਾਉਣ ਦਾ ਕੋਈ ਸੰਕੇਤ। ਅਜਿਹਾ ਇੱਕ ਸਰੀਰ ਦਾ ਅੰਦਰੋਂ ਜਿਹੜੀ ਅੰਦਰੋਂ ਪ੍ਰੋਬਲਮ ਹੈ ਜਿਹਦੇ ਕਰਕੇ ਅੱਗੇ ਚੱਲ ਕੇ ਵੱਡੇ ਲੈਵਲ ਦੇ ਉੱਤੇ ਜਾ ਕੇ ਸਰੀਰ ਜਿਹੜਾ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਕਿਸ ਤਰੀਕੇ ਦੇ ਨਾਲ ਯੂਰਿਕ ਐਸਿਡ ਬੋਡੀ ਦੇ ਅੰਦਰ ਵੱਧਦਾ ਹੈ? ਜਦੋਂ ਬੋਡੀ ਦੇ ਅੰਦਰ ਯੂਰਿਕ ਐਸਿਡ ਵੱਧਦਾ ਹੈ ਤਾਂ ਸਰੀਰ ਕੀ ਸੰਕੇਤ ਦੇ ਰਿਹਾ ਹੈ? ਯੂਰਿਕ ਐਸਿਡ ਕਿਹਨਾਂ ਕਾਰਨਾਂ ਕਰਕੇ ਵੱਧਦਾ ਹੈਗਾ? ਯੂਰਿਕ ਐਸਿਡ ਵਧਣ ਦੇ ਨਾਲ ਕੀ ਪ੍ਰੋਬਲਮਸ ਆਉਂਦੀਆਂ ਨੇ? ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਤੋਂ ਜਾਣਦੇ ਹਾਂ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਯੂਰਿਕ ਐਸਿਡ ਸਭ ਤੋਂ ਪਹਿਲਾਂ ਥੋੜ੍ਹੀ ਇਹਦੀ ਡੈਫੀਨੇਸ਼ਨ ਦੇ ਦਿਓ। ਯੂਰਿਕ ਐਸਿਡ ਇੱਕ ਉਹ ਕੰਪਾਊਂਡ ਹੈ ਜਿਹੜਾ ਉਹਦਾ ਪ੍ਰੋਟੀਨਸ ਜੋ ਟੁੱਟਦੇ ਆ ਸਰੀਰ 'ਚ, ਕਿਉਂਕਿ ਪ੍ਰੋਟੀਨਸ ਨੇ ਇਹ ਡਾਈਜੈਸਟ ਹੋਣੇ ਹੁੰਦੇ ਆ, ਟੁੱਟਣੇ ਹੁੰਦੇ ਆ ਬਾਹਰ ਨਿਕਲਣ ਵਾਸਤੇ। ਕਿਉਂਕਿ ਫਾਲਤੂ ਪ੍ਰੋਟੀਨ ਸਰੀਰ 'ਚ ਕਿਤੇ ਵੀ ਇਕੱਠੇ ਨਹੀਂ ਹੋ ਸਕਦੇ। ਕੋਈ ਸਿਸਟਮ ਨਹੀਂ ਹੈ ਸਰੀਰ ਕੋਲ ਕਿ ਫਾਲਤੂ ਦੇ ਪ੍ਰੋਟੀਨਾਂ ਨੂੰ ਸਾਂਭ ਕੇ ਰੱਖ ਲਵੇ। ਜੇ ਤੁਸੀਂ ਫਾਲਤੂ ਪ੍ਰੋਟੀਨ ਖਾਓਗੇ ਤਾਂ ਸਰੀਰ ਉਹਨੂੰ ਬਾਹਰ ਕੱਢੇਗਾ ਅਤੇ ਬਾਹਰ ਕੱਢੇਗਾ ਤਾਂ ਉਹਦੀ ਬਾਹਰ ਕੱਢਣ ਦੀ ਇੱਕ ਜਿਹੜੀ ਪ੍ਰਕਿਰਿਆ ਹੈ, ਇੱਕ ਤਰੀਕਾ ਹੈ, ਉਹ ਹੈ ਯੂਰਿਕ ਐਸਿਡ। ਅਤੇ ਯੂਰਿਕ ਐਸਿਡ ਜਿਹੜਾ ਹੁੰਦਾ ਇਹ ਇੱਕ ਇਹੋ ਜਿਹਾ ਕੰਪਾਊਂਡ ਹੈ, ਜੇ ਇਹ ਲੋੜ ਤੋਂ ਵੱਧ ਜਾਵੇ ਖੂਨ ਦੇ ਅੰਦਰ ਤਾਂ ਇਹਦੇ ਰਵੇ ਬਣਨੇ ਸ਼ੁਰੂ ਹੋ ਜਾਂਦੇ ਆ, ਕ੍ਰਿਸਟਲਸ ਬਣ ਜਾਂਦੇ ਆ। ਜਿਸ ਤਰ੍ਹਾਂ ਆਪਾਂ ਨੂੰ ਪਤਾ ਵੀ ਆਪਾਂ ਜੇ ਨਮਕ ਜ਼ਿਆਦਾ ਪਾਣੀ 'ਚ ਘੋਲੀ ਜਾਈਏ ਗਰਮ ਕਰਕੇ, ਤਾਂ ਜਦੋਂ ਠੰਡੇ ਕਰਾਂਗੇ ਤਾਂ ਉਹਦੇ ਰਵੇ ਬਣ ਜਾ ਕੇ ਥੱਲੇ ਬੈਠ ਜਾਣਗੇ। ਇੱਦਾਂ ਚੀਨੀ ਦਾ ਕਰਾਂਗੇ ਆਪਾਂ, ਜੇ ਮੰਨ ਲਓ ਤਾਂ ਚੀਨੀ ਹੁਣ ਕੀ ਆ? ਚੀਨੀ ਉਸ ਜਿਹੜਾ ਸਾਲਟ ਹੈ ਉਹਦੇ ਰਵੇ ਨੇ, ਇਹ ਜਿਹੜੇ ਦਾਣੇ ਨੇ ਚੀਨੀ ਦੇ ਇਹ ਰਵੇ ਨੇ। ਇੱਦਾਂ ਹੀ ਕੀ ਹੁੰਦਾ ਕਿ ਯੂਰਿਕ ਐਸਿਡ ਆਇਆ ਜੇ ਇੱਕ ਸੀਮਾ ਤੋਂ ਵੱਧ ਜਾਂਦਾ ਜਦੋਂ, ਤਾਂ ਉਹਦੇ ਫਿਰ ਰਵੇ ਬਣਨੇ ਸ਼ੁਰੂ ਹੋ ਜਾਂਦੇ ਆ। ਉਹ ਲਿਕੁਇਡ ਫਾਰਮ 'ਚ ਨਹੀਂ ਰਹਿੰਦਾ, ਅਤੇ ਜਦੋਂ ਉਹ ਲਿਕੁਇਡ ਫਾਰਮ 'ਚ ਨਹੀਂ ਰਹਿੰਦਾ ਤਾਂ ਜਾ ਕੇ ਉਹ ਰਵੇ ਜਿਹੜੇ ਨੇ ਡਿਪੋਜ਼ਿਟ ਹੋਣੇ ਸ਼ੁਰੂ ਹੋ ਜਾਂਦੇ ਆ ਅੱਡ ਅੰਗਾਂ 'ਚ। ਸੋ ਕੁਦਰਤ ਬਣ ਜਾਂਦੀ। ਕੁਦਰਤ ਦਾ ਇੱਕ ਤਰੀਕਾ ਹੈ ਉਹਨਾਂ ਨੂੰ ਮਤਲਬ ਕਿਉਂਕਿ ਖੂਨ ਦੇ ਅੰਦਰ ਅਗਰ ਉਹ ਰਹੇਗਾ ਜ਼ਿਆਦਾ ਯੂਰਿਕ ਐਸਿਡ ਤਾਂ ਉਹ ਰਵੇ ਕਿਸੇ ਵਾਈਟਲ ਔਰਗਨ 'ਚ ਬਣ ਸਕਦੇ ਆ। ਯਾਨੀ ਕਿ ਮੰਨ ਲਓ ਬ੍ਰੇਨ 'ਚ ਬਣ ਗਏ ਤਾਂ ਫਿਰ ਬ੍ਰੇਨ 'ਚ ਤਾਂ ਇੱਕ ਰਵਾ ਵੀ ਜਾ ਕੇ ਕਿਤੇ ਗਲਤ ਥਾਂ 'ਤੇ ਡਿਪੋਜ਼ਿਟ ਹੋ ਗਿਆ ਤਾਂ ਉਹ ਤਾਂ ਪੜਥੂ ਪਾ ਦੇਗਾ। ਸਰੀਰ ਸਾਡਾ ਜਿਹੜਾ ਬ੍ਰੇਨ ਹੈ, ਹਾਰਟ ਹੈ, ਫੇਫੜੇ ਹਨ, ਇਹ ਬੜੇ ਸੋਲ ਕਿਸਮ ਦੇ ਅੰਗ ਨੇ ਜਿਨ੍ਹਾਂ ਨੇ ਕਿ ਹਰ ਵੇਲੇ ਸਾਨੂੰ ਜਿਉਂਦੇ ਰੱਖਣਾ। ਅਤੇ ਇਹਦੇ ਅੰਦਰ ਕੁਦਰਤ ਕੋਈ ਵੀ ਡਿਸਟਰਬੈਂਸ ਨਹੀਂ ਹੋਣ ਦਿੰਦੀ, ਕਿਉਂਕਿ ਕੁਦਰਤ ਨੇ ਕੁਦਰਤ ਜਦੋਂ ਜੀਵ ਨੂੰ ਬਚਾਉਂਦੀ ਹੈ ਤਾਂ ਕੁਦਰਤ ਇਹਨਾਂ ਅੰਗਾਂ ਨੂੰ, ਦਿਲ ਨੂੰ, ਦਿਮਾਗ ਨੂੰ, ਫੇਫੜਿਆਂ ਨੂੰ ਇਹ ਇੰਨਾ ਬਚਾ ਕੇ ਰੱਖਦੀ ਹੈ ਕਿ ਇਹਦੇ ਵਿੱਚ ਕੋਈ ਡਿਸਟਰਬੈਂਸ ਨਾ ਹੋਵੇ। ਬਾਕੀ ਅੰਗਾਂ ਨੂੰ ਡਿਸਟਰਬ ਕਰ ਦਿੰਦੀ ਮਾੜਾ ਮੋਟਾ। ਸੋ ਰਵੇ ਕਿੱਥੇ ਜਾ ਕੇ ਜੰਮਣਗੇ? ਪਹਿਲਾਂ ਹੱਡੀਆਂ 'ਚ ਜੰਮਣਗੇ, ਜੋੜਾਂ 'ਚ ਜੰਮਣਗੇ, ਪੱਠਿਆਂ 'ਚ ਜੰਮਣਗੇ, ਕਿਉਂਕਿ ਕੁਦਰਤ ਨੂੰ ਪਤਾ ਕਿ ਇੱਥੇ ਜੰਮਣਗੇ ਤਾਂ ਦਰਦ ਹੀ ਹੋਊਗੀ ਨਾ ਵੱਧ ਤੋਂ ਵੱਧ, ਕੋਈ ਨੁਕਸਾਨ ਨਹੀਂ, ਜੀਵ ਮਰਨ ਨਹੀਂ ਲੱਗਿਆ। ਤਾਂ ਕੁਦਰਤ ਉਹਨਾਂ ਥਾਵਾਂ 'ਤੇ ਜਾ ਕੇ ਉਹਨਾਂ ਨੂੰ ਜਮਾਉਂਦੀ ਰਵਿਆਂ ਨੂੰ ਜਿੱਥੇ ਉਹ सेफ होंगे हैं। कुदरत फौरी मौत का कोई रिस्क नहीं होता। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती है सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादरफली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप हिस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। 70 बेड का यह हॉस्पिटल भारत में अपनी तरह का एकमात्र ऐसा हॉस्पिटल है जहां पर पेशेंट को ठीक किया जाता है, पेशेंट को नॉलेज दी जाती है, पेशेंट को पढ़ाया जाता है, पेशेंट को एजुकेट किया जाता है कि कैसे आपको अपनी बीमारी से खुद ही लड़ना है, यानी कि अपना डॉक्टर खुद बनना है। बी योर ऑन डॉक्टर। तो आज जरूरत है ऐसे हिम्स के हॉस्पिटल और क्लिनिक्स की। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं, जहां पर
सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। ਉਹ ਫਿਰ ਜਾ ਕੇ ਜਦੋਂ ਜੋੜਾਂ 'ਚ ਜੰਮਦੇ ਆ ਜ਼ਿਆਦਾ ਤਾਂ ਫਿਰ ਜਿਹੜਾ ਗਾਊਟ ਹੋ ਜਾਂਦਾ, ਉਹਨੂੰ ਅਸੀਂ ਆਰਥਰਾਈਟਿਸ ਕਹਿ ਦਿੰਦੇ ਆ। ਜੋ ਜੋੜ ਦੁਖਣ ਲੱਗ ਜਾਂਦੇ ਆ, ਸੁੱਜ ਜਾਂਦੇ ਆ ਜੋੜ, ਤਾਂ ਉਹਨੂੰ ਆਪਾਂ ਯੂਰਿਕ ਐਸਿਡ ਕਹਿੰਦੇ ਆ, ਜਿਹੜੀ ਪ੍ਰੋਟੀਨ ਦੀ ਮੈਟਾਬੋਲਿਜ਼ਮ ਹੁੰਦੀ ਉਹਦੇ ਵਿੱਚ ਬਣਦਾ ਹੈ। ਹੁਣ ਆਪਾਂ ਪ੍ਰੋਟੀਨ ਦੇ ਵਿੱਚ ਵੀ ਆਈਏ ਥੋੜ੍ਹਾ ਜਿਹਾ, ਵੀ ਕਿਹੜਾ ਪ੍ਰੋਟੀਨ ਇਹਦੇ ਵਿੱਚ ਬੋਡੀ ਦੇ ਅੰਦਰ ਜਿਹੜਾ ਜਾ ਕੇ ਯੂਰਿਕ ਐਸਿਡ ਨੂੰ ਵਧਾਉਂਦਾ ਹੈਗਾ, ਮਾਤਰਾ ਵਧਾਉਂਦਾ। ਕਿਉਂਕਿ ਪ੍ਰੋਟੀਨ ਵੀ ਤੁਸੀਂ ਭਾਸ਼ਾ ਵੀ ਜਿਹੜੀ ਹੈ ਥੋੜ੍ਹੀ ਪਿਛਲੇ ਸਮੇਂ ਦੇ ਦੌਰਾਨ ਅਲੱਗ-ਅਲੱਗ ਦੱਸੀਆਂ ਹੋਈਆਂ ਨੇ। ਇੱਕ ਹੁੰਦਾ ਆਰਗੈਨਿਕ ਪ੍ਰੋਟੀਨ, ਜਿਹੜਾ ਆਪਾਂ ਜਿਹੜੇ ਪੌਦਿਆਂ ਤੋਂ ਕੁਦਰਤੀ ਪ੍ਰੋਟੀਨ ਜਿਹੜਾ ਆਪਾਂ ਨੂੰ ਮਿਲ ਰਿਹਾ। ਇੱਕ ਹੁੰਦਾ ਜਿਹੜਾ ਐਨੀਮਲ ਪ੍ਰੋਟੀਨ ਪਲੱਸ ਦੂਸਰੇ ਪ੍ਰੋਟੀਨ ਜਿਹੜੇ ਆਪਾਂ ਹੋਰ ਲੈ ਰਹੇ ਹਾਂ, ਆਪਾਂ ਜਿਹੜੇ ਪਾਊਡਰ ਦੀ ਸ਼ਕਲ ਦੇ ਵਿੱਚ ਜਿਹੜਾ ਮਾਰਕੀਟਾਂ ਦੇ ਵਿੱਚ ਵਿਕ ਰਿਹਾ ਹੈਗਾ। ਇਹਨਾਂ ਦੇ ਵਿੱਚੋਂ ਕਿਹੜਾ ਪ੍ਰੋਟੀਨ ਜਿਹੜਾ ਇਹ ਯੂਰਿਕ ਐਸਿਡ ਵਧਾ ਰਿਹਾ? ਦੇਖੋ ਕੁਲਵੰਤ ਜੀ, ਤੁਸੀਂ 3-4 ਕਿਸਮ ਦੇ ਪ੍ਰੋਟੀਨਾਂ ਦੀ ਗੱਲ ਕੀਤੀ ਹੈ। ਇੱਕ ਤਾਂ ਹੋ ਗਏ ਜਿਹੜੇ ਕਿ ਮੈਨ ਮੇਡ ਪ੍ਰੋਟੀਨਸ ਨੇ, ਜਿਹੜੇ ਕਿ ਡਾਈਜੈਸਟੇਬਲ ਫਾਰਮ 'ਚ ਨੇ, ਜਿਹਦੇ ਨੂੰ ਬਾਡੀ ਨੂੰ ਡਾਈਜੈਸਟ ਨਹੀਂ ਕਰਨਾ, ਉਹ ਸਿੱਧੇ ਖੂਨ 'ਚ ਜਾਣਗੇ। ਜਿਹੜੇ ਪ੍ਰੋਟੀਨ ਪਾਊਡਰ ਨੇ ਉਹ ਸਭ ਤੋਂ ਵੱਧ ਖਤਰਨਾਕ ਨੇ। ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕਿ ਜਿੰਨੇ ਬੱਚੇ ਜਿੰਮ ਵਾਲੇ ਬੱਚੇ ਆ, ਜਿਹੜੇ ਉਹ ਖਾਂਦੇ ਆ ਪ੍ਰੀ ਡਾਈਜੈਸਟਡ ਪ੍ਰੋਟੀਨਸ, ਜਿਹੜੇ ਕਿ ਸਿੱਧੇ ਖੂਨ ਚਲੇ ਜਾਂਦੇ, ਬਹੁਤ ਬਿਮਾਰ ਹੁੰਦੇ ਆ। ਤਾਂ ਇੰਨੇ ਜ਼ਿਆਦਾ ਬਿਮਾਰ ਹੁੰਦੇ ਉਹ ਕਿ ਉਹਨਾਂ ਦੇ ਅੰਦਰ ਬਹੁਤ ਡਿਸਟਰਬੈਂਸ ਹੁੰਦੀਆਂ ਨੇ ਭਾਂਤ ਦੀਆਂ, ਅਤੇ ਉਹਦੇ ਇੱਥੋਂ ਤੱਕ ਵੀ ਡਿਸਟਰਬੈਂਸ ਹੋ ਜਾਂਦੀਆਂ ਨੇ ਕਿ ਮੁੰਡਿਆਂ ਦੀਆਂ ਜਿਹੜੀਆਂ ਛਾਤੀਆਂ ਔਰਤਾਂ ਨੂੰ ਨਿਕਲਣ ਲੱਗ ਜਾਂਦੀਆਂ ਨੇ, ਮੌਤ ਵੀ ਹੋ ਜਾਂਦੀ ਹੈ। ਦੁੱਧ ਆ ਰਿਹਾ ਹੁੰਦਾ, ਉਹ 'ਚ ਕਈ ਵਾਰੀ ਮੌਤ ਹੋ ਜਾਂਦੀ ਹੈ। ਦੁੱਧ ਵੀ ਆ ਜਾਂਦਾ ਮੁੰਡਿਆਂ ਦੀ ਛਾਤੀ, ਦੁੱਧ ਟਾਈਪ ਲਿਕੁਇਡ ਜਿਹਾ ਆਉਣ ਲੱਗ ਜਾਂਦਾ, ਆਪਾਂ ਦੁੱਧ ਕਹਿ ਸਕਦੇ ਉਹਨੂੰ। ਤਾਂ ਉਹ ਇਸ ਕਿਸਮ ਦੇ ਜਿਹੜੇ ਵਰਤਾਰਾ ਹੈ ਉਹ ਕਿਤੇ ਨਾ ਕਿਤੇ ਜਿਹੜੇ ਪ੍ਰੀ ਡਾਈਜੈਸਟਡ ਪ੍ਰੋਟੀਨਸ ਨੇ, ਇਹ ਤਾਂ ਬਹੁਤ ਖਤਰਨਾਕ ਹੁੰਦੇ ਆ। ਇਹਨਾਂ ਨੂੰ ਅਸੀਂ ਬਿਲਕੁਲ ਹੀ ਟੱਚ ਵੀ ਨਹੀਂ ਕਰਨਾ ਚਾਹੀਦਾ ਕਦੀ। ਬਹੁਤ ਹੀ ਖਤਰਨਾਕ ਵਰਤਾਰਾ, ਔਰ ਬੱਚੇ ਬਹੁਤ ਹੀ ਮਿਸਲੀਡ ਹੋ ਰਹੇ ਆ ਜਿੰਮਾਂ ਦੇ ਵਿੱਚ ਜਾ ਕੇ, ਕਿਉਂਕਿ ਉਹ ਜਿੰਮ ਵਾਲੇ ਦਾ ਜਿਹੜੇ ਨੇ ਉਹ ਇੱਕੋ ਹੀ ਉਹਨਾਂ ਕੋਲ 1 ਪੁਆਇੰਟ ਪ੍ਰੋਗਰਾਮ ਹੈ ਵੀ ਤੁਹਾਡੇ ਪੱਠੇ ਕਿੱਦਾਂ ਵੱਡੇ ਕਰਨੇ ਆ। ਤਾਂ ਪੱਠੇ ਵੱਡੇ ਕਰਨ ਦੇ ਚੱਕਰ ਦੇ ਅੰਦਰ ਅਸੀਂ ਕੀ ਕਰਦੇ ਹਾਂ ਕਿ ਉਹ ਪ੍ਰੋਟੀਨ ਖਾਣੇ ਸ਼ੁਰੂ ਕਰ ਦਿੰਦੇ ਹਾਂ। ਠੀਕ ਆ, ਪੱਠੇ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋ, ਪ੍ਰੋਟੀਨ ਖਾਈ ਜਾਂਦੇ ਹੋ, ਤਾਂ ਪੱਠੇ ਵੱਡੇ ਤਾਂ ਹੋ ਜਾਣਗੇ, ਲੇਕਿਨ ਉਹਦਾ ਖਤਰੇ ਜਿਹੜੇ ਹੈਗੇ ਨੇ ਉਹ ਉਸ ਤੋਂ ਕਿਤੇ ਜ਼ਿਆਦਾ ਵੱਡੇ ਨੇ। ਜੋ ਉਹਦਾ ਲਾਭ ਹੋਣਾ ਉਹ ਬਹੁਤ ਥੋੜ੍ਹਾ, ਲੇਕਿਨ ਜਿਹੜੇ ਖਤਰੇ ਨੇ ਬਹੁਤ ਵੱਡੇ ਆ। ਅੱਗੇ ਆ ਜਾਓ, ਦੂਸਰੀ ਪ੍ਰੋਟੀਨ ਨੇ ਜਿਹਨੂੰ ਆਪਾਂ ਅਸਲੀ ਪ੍ਰੋਟੀਨ ਕਹਿੰਦੇ ਹਾਂ, ਹਾਈ ਪ੍ਰੋਟੀਨ ਡਾਈਟ ਕਹਿੰਦੇ ਜਿਹਨੂੰ, ਉਹ ਹੈ ਐਨੀਮਲ ਪ੍ਰੋਟੀਨਸ। ਐਨੀਮਲ ਪ੍ਰੋਟੀਨ ਦਾ ਮਤਲਬ ਮੀਟ, ਅੰਡਾ, ਮੱਛੀ, ਦੁੱਧ, ਇਹ ਐਨੀਮਲ ਪ੍ਰੋਟੀਨਸ ਨੇ। ਐਨੀਮਲ ਪ੍ਰੋਟੀਨ ਜਿਹੜੇ ਹੁੰਦੇ ਆ ਇਹ ਵੀ ਡਾਈਜੈਸਟ ਕਰਨ 'ਚ ਬਹੁਤ ਔਖੇ ਹੁੰਦੇ ਆ, ਡਾਈਜੈਸ਼ਨ ਵੀ ਬਹੁਤ ਔਖੀ ਇਹਨਾਂ ਦੀ। ਔਰ ਦੂਜੀ ਗੱਲ, ਇਹਨਾਂ ਦਾ ਜਦੋਂ ਡਾਈਜੈਸਟ ਹੋ ਕੇ ਅੰਦਰ ਚਲਾ ਜਾਂਦਾ ਤਾਂ ਇਹਨੂੰ ਬਾਹਰ ਵੀ ਕੱਢਣਾ ਔਖਾ। ਜਿਹੜੀ ਯੂਰਿਕ ਐਸਿਡ ਬਣਦਾ ਉਹ ਬਹੁਤ ਜ਼ਿਆਦਾ ਐਨੀਮਲ ਪ੍ਰੋਟੀਨ ਤੋਂ ਬਣਦਾ ਜ਼ਿਆਦਾ। ਤਾਂ ਐਨੀਮਲ ਪ੍ਰੋਟੀਨ ਜਿੰਨਾ ਜ਼ਿਆਦਾ ਖਾਵਾਂਗੇ ਉਨਾ ਜ਼ਿਆਦਾ ਯੂਰਿਕ ਐਸਿਡ ਬਣੇਗਾ ਸਾਨੂੰ। ਸੋ ਇਸ ਕਰਕੇ ਜਿਹੜਾ ਹੈ ਕਿਤੇ ਨਾ ਕਿਤੇ ਦੁੱਧ ਜ਼ਿਆਦਾ ਪੀਣਾ, ਜਾਂ ਦੁੱਧ ਦੇ ਪ੍ਰੋਡਕਟਸ ਜਿਵੇਂ ਲੱਸੀ, ਦਹੀਂ ਹੈ, ਜਾਂ ਪਨੀਰ ਹੈ। ਪਨੀਰ ਬਹੁਤ ਖਾਂਦੇ ਹੁਣ ਜਿੰਮ ਵਾਲੇ, ਪ੍ਰੋਟੀਨ ਧੜਾਧੜ ਪ੍ਰੋਟੀਨ ਖਾਈ ਜਾਂਦੇ ਆ, ਪਨੀਰ ਖਾਈ ਜਾਂਦੇ, ਅੰਡੇ 6 ਦਰਜਨ 2 ਦਰਜਨ ਅੰਡੇ ਐਵੇਂ। ਤਾਂ ਇਹ ਮਤਲਬ ਇੱਕ ਬਿਲਕੁਲ ਪਾਗਲਪਨ ਵਾਂਗੂ ਕੰਮ ਹੈ ਕਿ ਤੁਹਾਡੀ ਬਾਡੀ ਦਾ ਕੋਈ ਤੁਸੀਂ ਹਿਸਾਬ ਕਿਤਾਬ ਨਹੀਂ ਰੱਖ ਰਹੇ ਵੀ ਤੁਹਾਡੀ ਬਾਡੀ ਕਿੰਨਾ ਕੁ ਡਾਈਜੈਸਟ ਕਰ ਸਕਦੀ ਹੈ, ਕਿੰਨਾ ਕੁ ਸਿਮੂਲੇਟ ਕਰ ਸਕਦੀ ਹੈ। ਤੁਸੀਂ ਸਿਰਫ ਤੁਹਾਡੇ ਮਨ 'ਚ ਬੋਲੇ ਵਾਂਗੂ ਇੱਕੋ ਹੀ ਗੱਲ ਹੈ ਕਿ ਤੁਸੀਂ ਪੱਠੇ ਮੋਟੇ ਕਰਨੇ ਆ। ਤਾਂ ਉਹ ਜਿਹੜਾ ਐਨੀਮਲ ਪ੍ਰੋਟੀਨ ਦਾ ਵਰਤਾਰਾ ਉਹ ਕਿਤੇ ਨਾ ਕਿਤੇ ਉਹ ਵੀ ਖਤਰਨਾਕ ਹੈ ਬਹੁਤ। ਤਾਂ ਅਸੀਂ ਜਿਹੜਾ ਤੀਜੇ ਪ੍ਰੋਟੀਨ ਨੇ ਪਲਾਂਟ ਪ੍ਰੋਟੀਨਸ ਵੀ ਅੱਗੇ ਦੋ 'ਚ ਵੰਡ ਲੈਂਦੇ ਆਪਾਂ। ਇੱਕ ਨੇ ਜਿਹੜਾ ਕੁੱਕ ਕੀਤਾ ਹੋਇਆ ਫੂਡ ਹੈ, ਪੱਕਿਆ ਹੋਇਆ ਫੂਡ ਹੈ, ਇੱਕ ਹੈ ਅਨਕੁਕਡ ਫੂਡ। ਹੁਣ ਪੱਕੇ ਹੋਏ ਫੂਡ ਦੇ ਜਿਹੜੇ ਪ੍ਰੋਟੀਨਸ ਨੇ ਉਹ ਵੀ ਕਿਤੇ ਨਾ ਕਿਤੇ ਉਹ ਚੇਂਜ ਹੋ ਜਾਂਦੇ ਆ, ਉਹ ਵੀ ਬਾਡੀ 'ਚ ਘੁਸ ਜਾਂਦੇ ਆ, ਚਾਹੀਦੇ ਆ ਨਹੀਂ ਚਾਹੀਦੇ, ਅੰਦਰ ਉਹਨਾਂ ਇੱਕ ਵਾਰੀ ਖੂਨ ਚਲੇ ਜਾਣਾ। ਤਾਂ ਉਹ ਵੀ ਇੱਕ ਗਲਤ ਵਰਤਾਰਾ ਹੋ ਗਿਆ, ਕਿਉਂਕਿ ਫਿਰ ਜਦੋਂ ਅੰਦਰ ਚਲੇ ਗਏ ਤਾਂ ਲੋੜ ਹੈ ਨਹੀਂ, ਚਲੇ ਗਏ ਪਰ ਲੋੜ ਹੈ ਨਹੀਂ ਬਾਡੀ ਨੂੰ। ਬਾਡੀ ਕੀ ਕਰੇਗੀ? ਫਿਰ ਉਹਨੂੰ ਬਾਹਰ ਕੱਢੇਗੀ ਤਾਂ ਫਿਰ ਉਹ ਯੂਰਿਕ ਐਸਿਡ, ਯੂਰੀਆ, ਕ੍ਰੀਏਟਿਨ ਦੀ ਸ਼ੱਕਰ ਕੱਢੇਗੀ। ਫਿਰ ਲੋਡ ਜ਼ਿਆਦਾ ਪਏਗਾ। ਜਿੰਨਾ ਕੁ ਲੋਡ ਕਿਡਨੀ ਚੱਲ ਸਕੇਗੀ, ਬਾਕੀ ਨਹੀਂ ਤਾਂ ਉਹਨਾਂ ਦੇ ਲੈਵਲ ਵਧਣੇ ਸ਼ੁਰੂ ਹੋ ਜਾਣਗੇ ਫਿਰ। ਤਾਂ ਇਹ ਜਿਹੜਾ ਵਰਤਾਰਾ ਜਿਹੜੇ ਕੁਕਡ ਫੂਡ 'ਤੇ ਹੁੰਦਾ। ਅੱਗੇ ਆ ਗਿਆ ਲਾਸਟ ਜਿਹੜਾ ਰॉ ਫੂਡਸ, ਕੱਚੇ ਫਲ। ਕੁਲਵੰਤ ਜੀ, ਕੱਚੇ ਜਿਹੜੇ ਭੋਜਨ ਨੇ ਇਹਨਾਂ ਦੀ ਬਹੁਤ ਬਿਊਟੀ ਇਹ ਹੈ ਕਿ ਕੱਚਾ ਭੋਜਨ ਜਦੋਂ ਹੁੰਦਾ ਤਾਂ ਉਹ ਬਹੁਤ ਵਾਈਜ਼ ਭੋਜਨ ਹੁੰਦਾ, ਬਹੁਤ ਸਿਆਣਾ ਭੋਜਨ ਹੁੰਦਾ। ਉਹ ਥੋੜ੍ਹੀ ਅੰਤਰੀਆਂ 'ਚ ਹੀ ਕੁਦਰਤ ਰੋਕ ਲੈਂਦੀ ਹੈ। ਜੇ ਤੁਹਾਨੂੰ ਨਹੀਂ ਚਾਹੀਦਾ ਤਾਂ ਕੁਦਰਤ ਨੂੰ ਕਹਿੰਦੇ ਉੱਥੇ ਪਿਆਰ ਹੈ। ਕੁਦਰਤ ਕੋਲੇ ਭਾਸ਼ਾ ਹੈਗੀ ਹੈ। ਕੁਦਰਤ ਦਾ ਅਤੇ ਕੱਚੇ ਭੋਜਨ ਦਾ ਆਪਸ 'ਚ ਇੱਕ ਇਕੁਏਸ਼ਨ ਬਣੀ ਹੋਈ ਹੈ, ਸੰਤੁਲਨ ਬਣਿਆ ਹੋਇਆ, ਤਾਲਮੇਲ ਬਣਿਆ ਹੋਇਆ ਕਿ ਕੁਦਰਤ ਜੇ ਅੰਦਰ ਤੁਸੀਂ ਮੰਨ ਲਓ ਕੱਚਾ ਭੋਜਨ ਹਾਈ ਪ੍ਰੋਟੀਨ ਵੀ ਖਾ ਲਿਆ, ਕੱਚੇ ਸਪਰਾਊਟਸ ਖਾ ਲਏ ਤੁਸੀਂ, ਬਹੁਤ ਜ਼ਿਆਦਾ ਦਾਲਾਂ ਖਾ ਲਈਆਂ, ਤਾਂ ਤੁਹਾਡੀ ਬਾਡੀ ਡਾਈਜੈਸਟ ਹੀ ਨਹੀਂ ਕਰੇਗੀ। ਤੁਹਾਡਾ ਪੇਟ ਦੁਖਣ ਲੱਗ ਜਾਏਗਾ, ਤੁਹਾਨੂੰ ਪੋਟੀਆਂ ਲੱਗ ਜਾਣਗੀਆਂ, ਤੁਹਾਨੂੰ ਗੈਸ ਬਣ ਜਾਏਗੀ।
ਤਾਂ ਤੁਹਾਡੀ ਅੰਤੜੀਆਂ 'ਚ ਜਿਹੜੇ ਪਹਿਲਾ ਡਿਫੈਂਸ ਹੈ ਜਿਹੜਾ ਤੁਹਾਡਾ ਰੋਂਗ ਫੂਡ ਜਦੋਂ ਖਾਂਦੇ ਹੋ ਤਾਂ ਜਿਹੜਾ ਪਹਿਲਾ ਡਿਫੈਂਸ ਲਾਈਨ ਹੈ ਉਹ ਹੈ ਤੁਹਾਡੀਆਂ ਅੰਤੜੀਆਂ। ਤੁਹਾਡੀਆਂ ਅੰਤੜੀਆਂ ਫਸਟ ਡਿਫੈਂਸ ਲਾਈਨ ਕੱਚੇ ਭੋਜਨ 'ਤੇ ਵਧੀਆ ਕੰਮ ਕਰਦੀਆਂ ਨੇ, ਪੱਕੇ ਭੋਜਨ 'ਤੇ ਵੀ ਕੰਮ ਨਹੀਂ ਕਰਦੀਆਂ, ਇੰਡਸਟਰੀਅਲ ਭੋਜਨ 'ਤੇ ਵੀ ਕੰਮ ਨਹੀਂ ਕਰਦੀਆਂ, ਐਨੀਮਲ ਭੋਜਨ ਵੀ ਜਿਹੜੇ ਨੇ ਨੈਚੁਰਲ ਫੂਡਸ ਨਹੀਂ ਹੈਗੇ ਉਹਨਾਂ 'ਤੇ ਵੀ ਕੰਮ ਨਹੀਂ ਕਰਦੀਆਂ। ਉਹ ਕ੍ਰਾਸ ਕਰ ਜਾਂਦਾ। ਜਿਹੜਾ ਫਸਟ ਲਾਈਨ ਆਫ ਡਿਫੈਂਸ ਹੈ ਉਹਨੂੰ ਧੋਖਾ ਦੇ ਕੇ ਅੰਦਰ ਲੰਘ ਜਾਂਦੇ ਹੋ। ਲੇਕਿਨ ਜਿਹੜਾ ਰॉ ਪਲਾਂਟ ਫੂਡ ਹੈ ਉਹ ਤਾਂ ਉਹਦਾ ਧੋਖਾ ਨਹੀਂ ਹੁੰਦਾ। ਉਹ ਧੋਖਾ ਇਸ ਕਰਕੇ ਨਹੀਂ ਹੁੰਦਾ ਕਿ ਕੁਦਰਤ ਨੇ ਹਜ਼ਾਰਾਂ ਲੱਖਾਂ ਸਾਲਾਂ ਤੋਂ ਉਹ ਸੰਤੁਲਨ ਬਣਾਇਆ ਹੋਇਆ, ਤਾਂ ਉਹਦਾ ਇੱਕ ਸਿਸਟਮ ਬਣਿਆ ਹੋਇਆ ਕਿ ਇਹਨੂੰ ਇੱਥੇ ਰੋਕ ਲਓ, ਅੱਗੇ ਜਾਣ ਹੀ ਨਾ ਦਿਓ, ਤਾਂ ਕੁਦਰਤ ਉੱਥੇ ਹੀ ਰੋਕ ਲੈਂਦੀ ਹੈ। ਤੁਹਾਨੂੰ ਇੱਕ ਲੈਟਨ ਵੱਧ ਆ ਜਾਏਗੀ, ਪੇਟ ਦੁਖ ਜਾਏਗਾ, ਉਲਟੀ ਆ ਜਾਏਗੀ, ਕੁਛ ਨਾ ਕੁਛ ਇੱਦਾਂ ਦਾ ਹੋ ਜਾਏਗਾ। ਜੇ ਤੁਸੀਂ ਜ਼ਿਆਦਾ ਕੱਚਾ ਭੋਜਨ ਖਾਓਗੇ, ਜਿਹੜਾ ਜਿੰਨਾ ਨਹੀਂ ਚਾਹੀਦਾ, ਜਿੰਨਾ ਚਾਹੀਦਾ ਉਹ ਸਰੀਰ ਹਜਮ ਕਰ ਲਏਗਾ, ਅੰਦਰ ਜਾਣ ਦੇਗਾ, ਜੇ ਨਹੀਂ ਚਾਹੀਦਾ ਤਾਂ ਉੱਥੇ ਹੀ ਰੋਕ ਲਏਗਾ। ਸੋ ਇਸ ਕਰਕੇ ਸਾਨੂੰ ਡਿਫਰੈਂਸ਼ੀਏਟ ਕਰਨਾ ਚਾਹੀਦਾ। ਉਹ ਪ੍ਰੋਟੀਨ ਜਿਹੜੇ ਕੱਚੇ ਭੋਜਨ 'ਚ ਨੇ, ਉਹ ਪ੍ਰੋਟੀਨ ਜਿਹੜੇ ਕੱਚੇ ਪਲਾਂਟ ਭੋਜਨ 'ਚ ਨੇ, ਪੌਦਿਆਂ ਦੇ ਭੋਜਨ 'ਚ ਨੇ, ਕੱਚੇ ਪੌਦੇ, ਫਿਰ ਆ ਗਏ ਪੱਕੇ ਪੌਦੇ, ਅੱਗ 'ਤੇ ਚੜ੍ਹੇ ਹੋਏ ਕੁੱਕ ਕੀਤੇ ਹੋਏ ਪੌਦੇ, ਫਿਰ ਆ ਗਏ ਥੋੜ੍ਹੇ ਐਨੀਮਲ ਪ੍ਰੋਟੀਨਸ, ਠੀਕ ਹੈ। ਸੋ ਇਹ ਫਿਰ ਆ ਗਏ ਤੁਹਾਡੇ ਇੰਡਸਟਰੀਅਲ ਪ੍ਰੋਟੀਨਸ, ਪ੍ਰੀ ਡਾਈਜੈਸਟਡ, ਜਿਹੜੇ ਕਿ ਆਲਰੇਡੀ ਡਾਈਜੈਸਟ ਹੋ ਚੁੱਕੇ ਆ। ਉਹਨਾਂ ਨੇ ਸਰੀਰ ਨੂੰ ਪਤਾ ਨਹੀਂ ਲੱਗਣ ਦੇਣਾ, ਚੁੱਪ ਕਰਕੇ ਅੰਦਰ ਘੁਸ ਜਾਣਾ ਸਿੱਧਾ ਹੀ। ਤਾਂ ਇਸ ਕਰਕੇ ਇਹ ਸਾਰੇ ਭੋਜਨ ਜਿਹੜੇ ਨੇ ਸਾਨੂੰ ਕਹਿਣ ਨੂੰ ਤਾਂ ਖਾਣਾ ਹੀ ਆ, ਆਪਾਂ ਕਹਿੰਦੇ ਸਭ ਨੂੰ ਖਾਣਾ ਹੀ ਆ, ਲੇਕਿਨ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਸਾਰੇ ਖਾਣੇ ਇੱਕ ਬਰਾਬਰ ਨਹੀਂ ਹੈਗੇ। ਹਰ ਖਾਣੇ ਦਾ ਆਪਣਾ ਗੁਣ ਹੈ, ਔਰ ਗੁਣਾਤਮਕ ਤੌਰ 'ਤੇ ਸਭ ਤੋਂ ਵਧੀਆ ਹੁੰਦੇ ਕੱਚੇ ਭੋਜਨ। ਨੰਬਰ 2 'ਤੇ ਪਲਾਂਟ ਦੇ ਜਿਹੜੇ ਪੱਕੇ ਭੋਜਨ ਨੇ, ਉਹ ਵੀ ਧੱਕੇ ਨਾਲ ਕੁੱਕਰ 'ਚ ਬਣਿਆ ਹੋਇਆ ਭੋਜਨ ਹੋਊਗਾ ਤਾਂ ਉਹ ਹੋਰ ਧੋਖਾ ਕਰੇਗਾ, ਕਿਉਂਕਿ ਟੁੱਟ ਗਿਆ। ਉਹ ਜਿਹੜਾ ਸਲੋ ਅੱਗ 'ਤੇ ਬਣਿਆ ਹੋਇਆ ਭੋਜਨ ਹੋਏਗਾ ਉਹਦੇ ਅੰਦਰ ਫਿਰ ਉਹ ਵਿਜ਼ਡਮ ਬਚੀ ਰਹਿ ਜਾਏਗੀ। ਮਤਲਬ ਤੁਸੀਂ ਦਾਲ ਜਿਹੜੀ ਹੈ, ਜਿਵੇਂ ਆਪਣੇ ਗੁਰਦੁਆਰਾ ਸਾਹਿਬ 'ਚ ਲੰਗਰ 'ਚ ਬਣਦੀ ਹੈ, ਕੋਲ ਵੱਡੇ ਸਾਰੇ ਦੇਗਚੇ 'ਚ ਹੌਲੀ ਹੌਲੀ ਅੱਗ 'ਤੇ ਉਹ ਬਣੀ ਜਾਂਦੀ, ਉਹ ਦਾਲ ਦੇ ਅੰਦਰ ਜਿਹੜੇ ਪ੍ਰੋਟੀਨ ਨੇ ਉਹਨਾਂ 'ਚ ਉਹ ਵਿਜ਼ਡਮ ਫਿਰ ਵੀ ਬਚ ਜਾਏਗੀ। ਲੇਕਿਨ ਜੇ ਤੁਸੀਂ ਕੁੱਕਰ 'ਚ ਬਣਾਓਗੇ ਤਾਂ ਕੁੱਕਰ ਦੇ ਅੰਦਰ ਉਹ ਵਿਜ਼ਡਮ ਹੋਰ ਖਰਾਬ ਹੋ ਜਾਏਗੀ, ਕਿਉਂਕਿ ਕੁੱਕਰ 'ਚ ਫੂਡ ਟੁੱਟ ਜਾਏਗਾ, ਇਸ ਢੰਗ ਨਾਲ ਟੁੱਟ ਜਾਏਗਾ ਕਿ ਧੱਕੇ ਨਾਲ ਵੜ ਜਾਏਗਾ ਖੂਨ 'ਚ, ਜੇ ਚਾਹੀਦਾ ਤਾਂ ਨਹੀਂ ਚਾਹੀਦਾ। ਤਾਂ ਜਿਹੜੀ ਕੁਦਰਤ ਦੀ ਸਿਆਣਪ ਹੈ ਉਹਨੂੰ ਬਾਈਪਾਸ ਕਰ ਜਾਂਦਾ, ਉਹਨੂੰ ਧੋਖਾ ਦੇ ਜਾਂਦਾ। ਇਸ ਕਰਕੇ ਆਪਾਂ ਨੂੰ ਇਸ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਪਹਿਲੀ ਗੱਲ ਤਾਂ ਪਲਾਂਟ ਫੂਡ ਖਾਣਾ, ਦੂਜੀ ਗੱਲ ਪਲਾਂਟ ਫੂਡ ਤੋਂ ਰॉ ਪਲਾਂਟ ਫੂਡ ਖਾਣਾ। ਜਿਹੜਾ ਕੁੱਕਡ ਫੂਡ ਖਾਣਾ ਵੀ ਹੈ ਉਹ ਨੈਚੁਰਲੀ ਕੁੱਕਡ ਹੋਵੇ। ਉਹ ਕੁੱਕਰ ਦਾ ਕੁੱਕ ਜਿਹੜਾ ਉਹ ਧੋਖਾ ਹੈ। ਸੋਲਰ ਕੁੱਕਰ ਚੱਲੇਗਾ? ਸੋਲਰ ਕੁੱਕਰ ਤਾਂ ਉਹਦੇ ਹਾਰੇ ਵਾਂਗੂ ਹੀ ਆ। ਸੋਲਰ ਕੁੱਕਰ ਦਾ ਨਾ ਹੀ ਕੁੱਕਰ ਹੈ, ਉਹਦੇ ਅੰਦਰ ਪ੍ਰੈਸ਼ਰ ਨਹੀਂ ਨਾ ਹੈਗਾ। ਸੋਲਰ ਕੁੱਕਰ ਤਾਂ ਬਿਲਕੁਲ ਸਾਡਾ ਮਾਡਰਨ ਹਾਰਾ ਹੈ, ਬਹੁਤ ਹੀ ਕਮਾਲ ਦਾ, ਜਿਹੜਾ ਕਸਬਾ ਦਾ ਪਾਪੂਲਰ ਨਹੀਂ ਹੋ ਰਿਹਾ, ਪਤਾ ਨਹੀਂ ਮੈਨੂੰ ਕਿਉਂ ਨਹੀਂ ਹੋ ਰਿਹਾ। ਜਿਹੜਾ ਸੋਲਰ ਕੁੱਕਰ ਜਿਹੜਾ ਸਾਡਾ ਪੁਰਾਣਾ ਪਾਥੀਆਂ ਵਾਲਾ ਹਾਰਾ ਹੁੰਦਾ ਸੀ ਨਾ, ਉਹ ਹੈ। ਤਾਂ ਉਹ ਇਸ ਕਰਕੇ ਉਹਨੂੰ ਸਾਨੂੰ ਅੱਜ ਕੱਲ੍ਹ ਪਾਪੂਲਰਾਈਜ਼ ਕਰਨਾ ਚਾਹੀਦਾ। ਸੋਲਰ ਕੁੱਕਰ ਦੇ ਅੰਦਰ ਬਹੁਤ ਸਲੋ ਅੱਗ 'ਤੇ ਖਾਣਾ ਬਣਦਾ ਔਰ ਬਹੁਤ ਸਵਾਦ ਵੀ ਬਣਦਾ, ਟੇਸਟੀ ਵੀ ਬਹੁਤ ਬਣਦਾ। ਔਰ ਦੂਜੀ ਗੱਲ ਹੈਗਾ ਕਿ ਉਹ ਨੈਚੁਰਲੀ ਫੂਡ ਕੁੱਕ ਹੁੰਦਾ, ਸਲੋ। ਸਨਲਾਈਟ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹਦੇ 'ਚ ਆ ਰਹੀ ਊਰਜਾ ਜਿਹੜੀ ਪਰਮਾਤਮਾ ਦੀ ਊਰਜਾ ਨੂੰ ਅਬਜ਼ਰਵ ਕਰਕੇ ਬਣਦਾ। ਸੋ ਇਸ ਕਰਕੇ ਸੋਲਰ ਕੁੱਕਰ 'ਤੇ ਹਾਰਾ ਦੋ ਚੀਜ਼ਾਂ ਨੇ, ਹਾਰਾ ਸਲੋ ਅੱਗ ਵਾਲਾ ਹਾਰਾ, ਜਾਂ ਚੁੱਲ੍ਹਾ ਸਲੋ ਅੱਗ ਵਾਲਾ, ਜਾਂ ਚਲੋ ਗੈਸ ਵੀ ਹੈ ਤਾਂ ਵੀ ਸਲੋ ਅੱਗ 'ਤੇ ਮਿੱਟੀ ਦੇ ਭਾਂਡੇ ਜੇਕਰ ਬਣਾਵਾਂਗੇ ਅਸੀਂ ਸਲੋ ਅੱਗ 'ਤੇ ਤੁਸੀਂ ਮਿੱਟੀ ਦੀ ਹਾਂਡੀ 'ਚ ਬਣਾ ਕੇ ਦੇਖੋ, ਉਹ ਸਲੋ ਅੱਗ ਤੁਸੀਂ ਕੀਤੀ ਹੋਈ ਚਾਹੇ ਗੈਸ ਦੀ ਵੀ ਹੋਵੇ ਤਾਂ ਉਹਦੇ 'ਚ ਉਬਾਲੀ ਵੀ ਨਹੀਂ ਆਉਂਦੀ, ਜਸਟ ਨੀਅਰ ਬੋਇਲਿੰਗ ਰਹਿੰਦਾ। ਕਿਉਂਕਿ ਉਹਦੀ ਮਿੱਟੀ ਦਾ ਜਿਹੜਾ ਹਾਂਡੀ ਹੁੰਦੀ ਹੈ ਉਹਦਾ ਥੱਲਾ ਇੰਨਾ ਮੋਟਾ ਹੈ ਕਿ ਉਹਨੂੰ ਉਹ ਗੜਕਵਾਂ ਵਾਲਾ ਵੀ ਨਹੀਂ ਆਉਂਦਾ, ਉਹ ਹਲਕਾ ਪੱਕੀ ਜਾਂਦਾ। ਕੋਈ ਖਾਣੇ ਦੇ ਹਿਸਾਬ ਨਾਲ ਕੋਈ 15 ਮਿੰਟ 'ਚ, ਕੋਈ ਅੱਧੇ ਘੰਟੇ 'ਚ, ਕੋਈ ਘੰਟੇ 'ਚ ਕੁੱਕ ਹੋ ਜਾਂਦਾ। ਅਤੇ ਹੁਣ ਆਈ ਹੈ ਵੀ ਯੂਰਿਕ ਐਸਿਡ ਜਿਹੜਾ ਹੈਗਾ ਉਹਦੇ ਨਾਲ ਜਿਹੜਾ ਕਿਸ ਤਰ੍ਹਾਂ ਦੇ ਸਿੰਪਟਮ ਆਪਾਂ ਨੇ ਦੱਸਦੇ, ਕਿਹੜੀਆਂ ਚੀਜ਼ਾਂ ਜਿਹੜੀਆਂ ਯੂਰਿਕ ਐਸਿਡ ਵਧਾ ਰਹੀਆਂ ਨੇ, ਅਤੇ ਜਿਹੜਾ ਪ੍ਰਚਲਿਤ ਪੱਧਤੀ ਹੈਗੀ ਹੈ ਉਹਦੇ ਅਨੁਸਾਰ ਜਿਹੜਾ ਇਹਦਾ ਇਲਾਜ ਜਿਸ ਤਰ੍ਹਾਂ ਕੀਤਾ ਜਾ ਰਿਹਾ, ਕੀ ਉਹ ਉਹਦੇ ਨਾਲ ਕਾਬੂ ਕੀਤਾ ਜਾ ਸਕਦਾ ਜਾਂ ਫਿਰ ਇਹਦੇ ਲਈ ਕੁਛ ਹੋਰ ਅਪਣਾਉਣਾ ਪੈਣਾ? ਅਤੇ ਪ੍ਰਚਲਿਤ ਪੱਧਤੀ 'ਚ ਵੀ ਜਿਹੜਾ ਯੂਰਿਕ ਐਸਿਡ ਘਟਾਉਣ ਦੀਆਂ ਦਵਾਈਆਂ ਹੈਗੀਆਂ ਨੇ, ਉਹ ਕੋਈ ਖਾਣ 'ਚ ਹਰਜ ਨਹੀਂ ਸ਼ੁਰੂ ਜੇ ਅਗਰ ਜ਼ਿਆਦਾ ਲੈਵਲ ਹੈ ਤਾਂ, ਲੇਕਿਨ ਲੰਬੇ ਸਮੇਂ 'ਚ ਨਹੀਂ ਖਾਣੀਆਂ ਚਾਹੀਦੇ। ਉਹਦੇ ਸਾਈਡ ਇਫੈਕਟਸ ਨੇ ਹਰ ਦਵਾਈ ਕੈਮੀਕਲ ਹੈ, ਔਰ ਹਰ ਕੈਮੀਕਲ ਦੇ ਆਪਣੇ ਸਾਈਡ ਇਫੈਕਟਸ ਨੇ। ਤਾਂ ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਡਾਈਟ ਬਦਲ ਲਓ। ਜੋ ਡਾਈਟ ਬਦਲੋਗੇ ਤਾਂ ਕੁਦਰਤ ਪਹਿਲਾਂ ਹੀ ਤਿਆਰ ਬੈਠੀ ਆ। ਕੁਦਰਤ ਤੁਹਾਡਾ ਪਹਿਲਾਂ ਹੀ ਬਹੁਤ ਚਿੰਤਾ ਕਰ ਰਹੀ ਸੀਗੀ ਵੀ ਇਹ ਭਾਈ ਬੰਦਾ ਹਟੇ ਅਤੇ ਅਸੀਂ ਠੀਕ ਕਰੀਏ ਇਹਨੂੰ। ਅਤੇ ਜਦੋਂ ਮੂਮੈਂਟ ਅਸੀਂ ਫੂਡ ਠੀਕ ਕਰਦੇ ਹਾਂ ਤਾਂ ਕੁਦਰਤ ਯੂਰਿਕ ਐਸਿਡ ਠੀਕ ਕਰਨਾ ਸ਼ੁਰੂ ਕਰ ਦਿੰਦੀ ਆ। ਨਾਲ ਅਸੀਂ ਫਿਰ ਮੈਡੀਸਨਲ ਪਲਾਂਟਸ ਦੀ ਹੈਲਪ ਲੈ ਲੈਂਦੇ ਹਾਂ, ਨਾਲ ਕੁਛ ਹਰਬਲ ਦਵਾਈਆਂ ਹੈਗੀਆਂ ਉਹਦੀ ਹੈਲਪ ਲੈ ਲੈਂਦੇ ਹਾਂ। ਤਾਂ ਮਹੀਨੇ 2 ਮਹੀਨੇ 'ਚ ਹੀ ਉਹ ਸਾਰਾ ਯੂਰਿਕ ਐਸਿਡ ਠੀਕ ਹੋ ਜਾਂਦਾ ਹੈ। ਐਲੋਪੈਥੀ ਦਵਾਈ ਨਾ ਵੀ ਖਾਵੇ ਤਾਂ ਵੀ ਠੀਕ ਹੋ ਜਾਂਦਾ। ਅਤੇ ਜੇ ਬਹੁਤ ਜ਼ਿਆਦਾ ਤਾਂ ਐਲੋਪੈਥਿਕ ਦਵਾਈ ਖਾ ਵੀ ਲਵਾਂਗੇ ਮਹੀਨਾ 2 ਮਹੀਨੇ ਤਾਂ ਵੀ ਕੋਈ ਹਰਜ ਨਹੀਂ ਹੈ, ਜੇ ਉਹਦਾ ਸਾਈਡ ਇਫੈਕਟ ਨਹੀਂ ਆ ਰਹੇ ਕੋਈ ਤਾਂ। ਲੇਕਿਨ ਇਹ ਨਹੀਂ ਵੀ ਯੂਰਿਕ ਦਵਾਈ ਵੀ ਖਾਈ ਜਾ ਰਹੇ ਅਤੇ ਨਾਲ ਖਾਣਾ ਵੀ ਉਹੀ ਖਾਈ ਜਾ ਰਹੇ, ਫਿਰ ਤਾਂ ਉਹਦਾ ਕੋਈ ਲਾਭ ਨਾ ਹੋਇਆ।
ਕਿਸੇ ਉਹ ਚੀਜ਼ ਨੂੰ ਵਧਾਉਣ ਲਈ ਵੀ ਨਾਲੇ ਵਧਾਈ ਵੀ ਜਾ ਰਹੇ ਅਤੇ ਨਾਲੇ ਦਵਾਈ ਵੀ ਘਟਾਈ ਵੀ ਜਾ ਰਹੇ ਹਾਂ। ਮਤਲਬ ਇਹ ਬੇਵਕੂਫੀ ਹੋ ਗਈ ਨਾ ਵੀ ਦਵਾਈ ਦੇ ਕੇ ਘਟਾਈ ਜਾਂਦੇ ਹੋ, ਖਾਣਾ ਖਾ ਕੇ ਵਧਾਈ ਜਾਂਦੇ ਹੋ। ਇਹ ਕਿੱਧਰ ਦੀ ਸਿਆਣਪ ਹੈ। ਜਾਂਦੇ ਕੋਈ ਟਿਪ ਆਫ ਦਾ ਇੰਟਰਵਿਊ ਦਿਓਗੇ ਯੂਰਿਕ ਐਸਿਡ ਦੇ ਸੰਬੰਧ ਵਿੱਚ? ਪਰ ਟਿਪ ਆਫ ਦਾ ਇੰਟਰਵਿਊ ਇਹੀ ਹੈ ਵੀ ਜਿਹੜੀ ਹਾਈ ਪ੍ਰੋਟੀਨ ਵਾਲੀ ਆਪਣੇ ਦਿਮਾਗ 'ਚ ਆਪਣੇ ਫਤੂਰ ਬਣਿਆ ਹੋਇਆ ਨਾ, ਉਹਨੂੰ ਆਪਾਂ ਕੱਢੀਏ, ਕਿਉਂਕਿ ਇਸ ਵਿਗਿਆਨ ਨੇ ਸਿੱਧ ਕਰ ਦਿੱਤਾ ਕਿ ਹਾਈ ਪ੍ਰੋਟੀਨ ਡਾਈਟ ਖਾਣੀ ਖਤਰਨਾਕ ਹੈ। ਹਾਈ ਪ੍ਰੋਟੀਨ ਭੁੱਲ ਹੀ ਜਾਈਏ ਆਪਾਂ, ਹਾਈ ਪ੍ਰੋਟੀਨ ਡਾਈਟ ਖਾਣੀ ਹੈ ਤਾਂ ਹਾਈ ਪ੍ਰੋਟੀਨ ਡਾਈਟ ਜਿਹੜੀ ਹੁੰਦੀ ਹੈ ਐਨੀਮਲ ਫੂਡਸ। ਪਲਾਂਟ ਫੂਡ 'ਚ ਹਾਈ ਪ੍ਰੋਟੀਨ ਡਾਈਟ ਬਹੁਤੀ ਹਾਰਮਫੁਲ ਨਹੀਂ ਹੁੰਦੀ, ਐਕਸੈਪਟ ਫॉर ਦਾਲਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਨਾ ਖਾਓ। ਦਾਲ ਦਾ ਕੁਦਰਤ ਦੇ ਅੰਦਰ ਬੈਲੈਂਸ ਹੈ ਦਾਲਾਂ ਦਾ। ਕੁਦਰਤ ਜੇ ਤੁਸੀਂ ਪੌਦੇ ਟਰੇਸ ਕਰੋ ਤਾਂ ਜੇ 100 ਪੌਦਾ ਗਿਣ ਲਈਏ ਅਸੀਂ, ਰੈਂਡਮ ਪੁੱਟ ਲਈਏ 100 ਪੌਦਾ ਕੁਦਰਤ 'ਚੋਂ ਕਿਤੇ ਜੰਗਲ 'ਚੋਂ, ਤਾਂ 80 ਪੌਦੇ ਹੋਣਗੇ ਜਿਹੜੇ ਅਨਾਜ ਟਾਈਪ ਨੇ ਅਤੇ 20 ਪੌਦੇ ਹੋਣਗੇ ਦਾਲਾਂ ਟਾਈਪ ਨੇ। 2 ਦਲੇ ਹੁੰਦੇ, ਉਹ 2 ਦਲੇ ਉਹ 1 ਦਲੇ ਆ। ਮੋਨੋਕਾਟਾਇਲੇਟਸ ਡਾਈਕਾਟਾਇਲੇਟ ਦਾਲਾਂ ਜਿਹੜੀਆਂ ਹੁੰਦੀਆਂ ਨੇ 2 ਦਲੇ ਹੁੰਦੇ ਆ, ਯਾਨੀ ਕਿ ਉਹਦੇ ਦੋ ਹਾਫ ਹੁੰਦੇ ਆ। ਤਾਂ 80-20 ਦੀ ਰੇਸ਼ੋ ਹੈ ਅਤੇ ਇਸੇ ਰੇਸ਼ੋ 'ਚ ਆਪਾਂ ਨੂੰ ਦਾਲ ਖਾਣੀ ਚਾਹੀਦੀ ਹੈ। ਜੇ ਆਪਾਂ 80 ਗ੍ਰਾਮ ਅਨਾਜ ਖਾ ਰਹੇ ਹਾਂ ਤਾਂ ਦਾਲ 20 ਗ੍ਰਾਮ ਹੋਣੀ ਚਾਹੀਦੀ ਬਸ। ਦਾਲਾਂ ਐਕਸੈਸਿਵ ਨਹੀਂ ਖਾਣੀਆਂ ਚਾਹੀਦੀਆਂ, ਐਕਸੈਸਿਵ ਦਾਲਾਂ ਬਹੁਤ ਖਰਾਬ ਕਰਦੀਆਂ ਨੇ। ਤਾਂ ਬਾਕੀ ਜਿਹੜੇ ਐਨੀਮਲ ਪ੍ਰੋਟੀਨ ਤਾਂ ਖਰਾਬ ਕਰਦੇ ਨੇ। ਐਨੀਮਲ ਪ੍ਰੋਟੀਨ ਬਹੁਤ ਸੰਭਲ ਕੇ ਖਾਣੇ ਚਾਹੀਦੇ ਆ, ਥੋੜ੍ਹੇ ਖਾਓ ਨਾ ਖਾਓ। ਔਰ ਅੱਜ ਦਾ ਜਿਹੜਾ ਇੰਡਸਟਰੀ ਐਨੀਮਲ ਫੂਡ ਹੈ ਉਹ ਵੈਸੇ ਵੀ ਬਹੁਤ ਕੈਮੀਕਲ ਮੇਡ ਹੈ, ਨੈਚੁਰਲ ਨਹੀਂ ਹੈ, ਇਸ ਕਰਕੇ ਉਹ ਡਬਲੀ ਖਤਰਨਾਕ ਹੋ ਗਿਆ ਹੋਇਆ। ਇੱਕ ਤਾਂ ਉਹਦੇ ਪ੍ਰੋਟੀਨਸ ਵੀ ਐਕਸੈਸਿਵ ਜਿਹੜੇ ਨੇ ਖਰਾਬ ਕਰਦੇ ਆ, ਦੂਜੀ ਗੱਲ ਜਿਸ ਢੰਗ ਨਾਲ ਪੈਦਾ ਕੀਤੇ ਜਾ ਰਹੇ ਆ, ਚਾਹੇ ਉਹ ਮੀਟ ਹੈ, ਚਾਹੇ ਉਹ ਦੁੱਧ ਹੈ, ਚਾਹੇ ਉਹ ਅੰਡੇ ਨੇ, ਉਹ ਇੰਨਾ ਇੰਡਸਟਰੀਅਲ ਮੈਥਡ ਹੋ ਗਿਆ ਕਿ ਉਹਦੇ ਅੰਦਰ ਜ਼ਹਿਰ ਬਹੁਤ ਜ਼ਿਆਦਾ ਨੇ, ਟੌਕਸਿਨਸ ਬਹੁਤ ਜ਼ਿਆਦਾ ਨੇ, ਉਹਦੇ ਕੈਮੀਕਲਸ ਬਹੁਤ ਜ਼ਿਆਦਾ ਨੇ। ਇਸ ਕਰਕੇ ਹਿਊਮਨ ਬਾਡੀ ਨੂੰ ਐਨੀਮਲ ਪ੍ਰੋਟੀਨਸ ਦੀ ਕੋਈ ਲੋੜ ਨਹੀਂ ਹੈ, ਐਨੀਮਲ ਫੂਡ ਦੀ ਲੋੜ ਹੀ ਨਹੀਂ ਹੈ। ਸੋ ਐਨੀਮਲ ਫੂਡ ਤੋਂ ਆਪਾਂ ਬਚੀਏ। ਜੇ ਸਿਹਤਮੰਦ ਰਹਿਣਾ ਤਾਂ ਪਲਾਂਟ ਬੇਸਡ ਹੋਲ ਫੂਡ, ਪਲਾਂਟ ਬੇਸਡ ਹੋਲ ਫੂਡ, ਪੌਦਿਆਂ ਦਾ ਭੋਜਨ ਖਾਈਏ। ਹੋਲ ਫੂਡ ਦਾ ਮਤਲਬ ਜਿੱਦਾਂ ਕੁਦਰਤ 'ਚ ਹੈਗਾ। ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ, ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਨੂੰ ਯੂਰਿਕ ਐਸਿਡ ਦੇ ਸੰਬੰਧ ਵਿੱਚ ਪੂਰੀ ਜਾਣਕਾਰੀ ਦਿੱਤੀ ਹੈ। ਬਹੁਤ ਬਹੁਤ ਧੰਨਵਾਦ। ਸੋ ਇਸ ਡਾਕਟਰ ਅਮਰ ਸਿੰਘ ਆਜ਼ਾਦ ਜਿਨ੍ਹਾਂ ਨੇ ਸਾਨੂੰ ਯੂਰਿਕ ਐਸਿਡ ਦੇ ਕੀ ਚੀਜ਼ ਹੈ, ਯੂਰਿਕ ਐਸਿਡ ਕੀ ਹੁੰਦਾ ਹੈ, ਯੂਰਿਕ ਐਸਿਡ ਵਧਣ ਦੇ ਨਾਲ ਕੀ ਪ੍ਰੋਬਲਮਸ ਆਉਂਦੀਆਂ ਨੇ, ਯੂਰਿਕ ਐਸਿਡ ਕਿਉਂ ਵੱਧਦਾ ਹੈ, ਯੂਰਿਕ ਐਸਿਡ ਜਦੋਂ ਵੱਧਦਾ ਤਾਂ ਅਸੀਂ ਕਿਹੜੀ ਤਰੀਕੇ ਅਪਣਾਉਂਦੇ ਹਾਂ ਯੂਰਿਕ ਐਸਿਡ ਨੂੰ ਘਟਾਉਣ ਦੇ, ਯੂਰਿਕ ਐਸਿਡ ਨੂੰ ਨੈਚੁਰਲ ਕੁਦਰਤੀ ਢੰਗ ਦੇ ਨਾਲ ਯੂਰਿਕ ਐਸਿਡ ਕਾਬੂ ਦੇ ਵਿੱਚ ਰਹੇ, ਨੁਕਸਾਨ ਨਾ ਕਰੇ ਤਾਂ ਸਾਨੂੰ ਕੀ ਕਰਨਾ ਚਾਹੀਦਾ। ਯੂਰਿਕ ਐਸਿਡ ਦੇ ਸੰਬੰਧ ਵਿੱਚ ਕਿਹੜੇ ਖਾਣੇ ਜਿਹੜੇ ਨੇ ਉਹ ਸਾਨੂੰ ਹੈਲਪ ਕਰ ਸਕਦੇ ਨੇ, ਕਿਹੜੇ ਦਵਾ ਪੌਦੇ ਸਾਨੂੰ ਹੈਲਪ ਕਰ ਸਕਦੇ ਨੇ, ਕਿਹੜੀਆਂ ਹਰਬਲ ਪ੍ਰੋਡਕਟਸ ਨੇ ਜਿਹੜੇ ਸਾਨੂੰ ਹੈਲਪ ਕਰ ਸਕਦੇ ਨੇ, ਕਿਸ ਤਰੀਕੇ ਦੇ ਨਾਲ ਯੂਰਿਕ ਐਸਿਡ ਦੇ ਬਾਡੀ ਦੇ ਅੰਦਰ ਵਧਣ ਦੇ ਨਾਲ ਜਿਹੜੀਆਂ ਪ੍ਰੋਬਲਮਸ ਅੰਦਰ ਕਿਸ ਤਰ੍ਹਾਂ ਕਿਹੜੇ ਹਿੱਸਿਆਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਇਹਦੀ ਸਾਰੀ ਸੰਬੰਧੀ ਜਾਣਕਾਰੀ ਦਿੱਤੀ ਹੈ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਕਿਉਂਕਿ ਬਹੁਤ ਸਾਰੀ ਦੁਨੀਆ ਜਿਹੜੀ ਹੈ ਇਸ ਯੂਰਿਕ ਐਸਿਡ ਦੀ ਪ੍ਰੋਬਲਮ ਦੇ ਨਾਲ ਪੀੜਿਤ ਹੈ। ਯੂਰਿਕ ਐਸਿਡ ਹੀ ਜਿਹੜਾ ਅੱਗੇ ਚੱਲ ਕੇ ਹੋਰ ਬਹੁਤ ਸਾਰੇ ਅੰਗਾਂ ਨੂੰ ਖਰਾਬ ਕਰਨ ਦੇ ਵਿੱਚ ਜਿਹੜਾ ਇੱਕ ਵੱਡਾ ਰੋਲ ਅਦਾ ਕਰਦਾ। ਅਤੇ ਜੇਕਰ ਯੂਰਿਕ ਐਸਿਡ ਦੇ ਸੰਬੰਧ ਵਿੱਚ ਸਹੀ ਜਾਣਕਾਰੀ ਆਪਾਂ ਲੋਕਾਂ ਤੱਕ ਪਹੁੰਚਾ ਦਿਆਂਗੇ ਤਾਂ ਬਹੁਤ ਸਾਰੇ ਜਿਹੜੇ ਸਰੀਰ ਦੇ ਅੰਗ ਅਤੇ ਬਹੁਤ ਸਾਰੇ ਲੋਕ ਮੌਤ ਦੇ ਮੂੰਹ ਦੇ ਵਿੱਚੋਂ ਜਾਣੋਂ ਵੀ ਬਚ ਸਕਦੇ ਨੇ। ਅਤੇ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती है। सारी पैथी इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादरफली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप इस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। 70 बेड का यह हॉस्पिटल भारत में अपनी तरह का एकमात्र ऐसा हॉस्पिटल है जहां पर पेशेंट को ठीक किया जाता है, पेशेंट को नॉलेज दी जाती है, पेशेंट को पढ़ाया जाता है, पेशेंट को एजुकेट किया जाता है कि कैसे आपको अपनी बीमारी से
खुद ही लड़ना है, यानी कि अपना डॉक्टर खुद बनना है। बी योर ऑन डॉक्टर। तो आज जरूरत है ऐसे हिम्स के हॉस्पिटल और क्लिनिक्स की। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं, जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में।